ਅੱਛਾ ਜੀ, ਕਈ ਵਾਰੀ ਇਤਿਹਾਸ ਦੀਆਂ ਕਈ ਗੱਲਾਂ ਅਸੀਂ ਅੱਜ ਦੇ ਯੁੱਗ ਦੇ ਵਿੱਚ ਜਿਹੜੀਆਂ ਉਹ ਡਿਸਕਸ ਕਰਦੇ ਆ। ਅਟਲ ਬਿਹਾਰੀ ਵਾਜਪਾਈ, ਸੋ ਬਹੁਤਿਆਂ ਦੇ ਜਿਹੜੇ ਇਹ ਬਹੁਤ ਪਸੰਦੀਦਾ ਜਿਹੜੇ ਪ੍ਰਾਈਮ ਮਿਨਿਸਟਰ ਹੋ ਰਹੇ ਆ। ਸੋ ਅੱਜ ਅਸੀਂ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਉਹ ਕਰਾਂਗੇ ਤਾਜ਼ਾ। ਅਟਲ ਜੀ ਨੇ ਕਿਹਾ ਸੀ ਸ਼੍ਰੀਲੰਕਾ ਨੂੰ ਕੱਚਾ ਥੀਵੂ ਦੇਣਾ ਸਮਝੌਤਾ ਨਹੀਂ, ਸਮਰਪਣ। ਸਾਂਸਦਾਂ ਨੇ ਇੰਦਰਾ ਦੇ ਫੈਸਲੇ ਨੂੰ ਦੇਸ਼ ਵਿਰੋਧੀ ਦੱਸਿਆ ਤੇ 50 ਸਾਲ ਪਹਿਲਾਂ ਹੋਈ ਇਸ ਬਹਿਸ ਦੀ ਕਹਾਣੀ ਜਿਹੜੀ ਉਹ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। 23 ਜੁਲਾਈ 1974 ਦੁਪਹਿਰ ਦੇ 1:06 ਹੋਏ ਸੀ। ਲੋਕ ਸਭਾ ਦੇ ਵਿੱਚ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ 285 ਏਕੜ ਦੇ ਵਿੱਚ ਫੈਲੇ ਇੱਕ ਵੀਰਾਨ ਕੱਚਾ ਥੀਵੂ ਦਵੀਪ ਦਾ ਮੁੱਦਾ ਰੱਖਿਆ ਗਿਆ। ਬਹਿਸ ਸ਼ੁਰੂ ਹੁੰਦੇ ਹੀ ਸਦਨ ਦੇ ਵਿੱਚ ਹਲਚਲ ਵਧਣ ਲੱਗੀ ਤੇ ਮਾਹੌਲ ਗਰਮ ਹੋਣ ਲੱਗਾ। ਵਿਪਕਸ਼ ਨੇ ਆਰੋਪ ਲਗਾਏ ਕਿ ਇੰਦਰਾ ਸਰਕਾਰ ਨੇ ਸੰਸਦ ਨੂੰ ਜਿਹੜਾ ਬਿਨਾਂ ਦੱਸੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤ ਦਾ ਇਹ ਦਵੀਪ ਸ਼੍ਰੀਲੰਕਾ ਨੂੰ ਦੇ ਦਿੱਤਾ ਆ। ਤਮਿਲਨਾਡੂ ਦੇ ਸੰਸਦਾਂ ਨੇ ਤੋਂ ਲੈ ਕੇ ਪੂਰਬ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਰਕਾਰ ਤੋਂ ਸਵਾਲ ਕੀਤੇ ਤੇ ਵਿਦੇਸ਼ ਮੰਤਰੀ ਸਵਰਨ ਸਿੰਘ ਜਿਹੜੇ ਉਹਨਾਂ ਦਾ ਜਵਾਬ ਸੁਣੇ ਬਗੈਰ ਸੰਸਦ ਤੋਂ ਵਾਕਆਊਟ ਕਰ ਲਿਆ। 50 ਸਾਲ ਬਾਅਦ ਲੋਕ ਸਭਾ ਚੁਣਾਵ ਤੋਂ ਠੀਕ ਪਹਿਲਾਂ ਕੱਚਾ ਥੀਵੂ ਦਵੀਪ ਦੀ ਭਾਰਤੀ ਰਾਜਨੀਤੀ ਦੇ ਵਿੱਚ ਦੁਬਾਰਾ ਐਂਟਰੀ ਹੋਈ ਆ। ਪੀਐਮ ਮੋਦੀ ਨੇ 31 ਮਾਰਚ ਨੂੰ ਪਿਛਲੇ 6 ਮਹੀਨੇ ਦੇ ਵਿੱਚ ਦੂਸਰੀ ਵਾਰੀ ਕਾਂਗਰਸ ਦੇ ਉੱਤੇ ਕੱਚਾ ਥੀਵੂ ਦਵੀਪ ਜਿਹੜਾ ਉਹ ਸ਼੍ਰੀਲੰਕਾ ਨੂੰ ਦੇਣ ਦੇ ਆਰੋਪ ਲਗਾਏ ਆ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮੁੱਦੇ ਦੇ ਉੱਤੇ ਕਿਹਾ ਆ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਆ ਕਿ 1974 ਦੇ ਵਿੱਚ ਕੱਚਾ ਥੀਵੂ ਦੂਸਰੇ ਦੇਸ਼ ਨੂੰ ਜਿਹੜਾ ਉਹ ਕਿਵੇਂ ਦੇ ਦਿੱਤਾ ਗਿਆ। ਸੋ ਸਵਾਲ ਪਹਿਲਾ ਜੀ, 1974 ਦੇ ਵਿੱਚ ਅਟਲ ਤੇ ਬਾਕੀ ਸੰਸਥਾ ਦੇ ਵਿੱਚ ਕੱਚਾ ਥੀਵ ਨੂੰ ਲੈ ਕੇ ਸੰਸਦ ਦੇ ਵਿੱਚ ਕੀ ਬਹਿਸ ਹੋਈ ਸੀ। ਸੋ ਜੀ, ਸਦਨ ਦੇ ਵਿੱਚ ਕੱਚਾ ਥੀਵੂ ਦੇ ਉੱਤੇ ਚਰਚਾ ਦੀ ਸ਼ੁਰੂਆਤ ਤਮਿਲਨਾਡੂ ਦੇ ਸੰਸਥਾ ਨੇ ਕੀਤੀ। ਸਭ ਤੋਂ ਪਹਿਲਾਂ ਕੁੰਭਕੋਨਮ ਦੇ ਸਾਂਸਦ ਸੇਜੀਹਾਨ ਨੇ ਸਦਨ ਦੇ ਵਿੱਚ ਕਿਹਾ ਕਿ ਭਾਰਤ ਦੀ ਜ਼ਮੀਨ ਦੇਣ ਦਾ ਇਹ ਨਾਪਾਕ ਸਮਝੌਤਾ ਕਰਨ ਤੋਂ ਪਹਿਲਾਂ ਸਦਨ ਨੂੰ ਕੌਨਫੀਡੈਂਸ ਵਿੱਚ ਲਿਆ ਜਾਣਾ ਚਾਹੀਦਾ ਸੀ। ਅਸੀਂ ਮੰਨਦੇ ਹਾਂ ਕਿ ਸ਼੍ਰੀਲੰਕਾ ਦੇ ਨਾਲ ਸੰਬੰਧ ਬਿਹਤਰ ਕਰਨੇ ਜ਼ਰੂਰੀ ਆ, ਲੇਕਿਨ ਐਸਾ ਕਰਨ ਦੇ ਵਿੱਚ ਸੰਵਿਧਾਨ ਤੇ ਕਾਨੂੰਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਇਹ ਸਮਝੌਤਾ ਦੇਸ਼ ਦੇ ਹਿੱਤਾਂ ਦੇ ਖਿਲਾਫ ਆ, ਇਹ ਗੱਲ ਕਹਿ ਕੇ ਸੇਜੀਹਾਨ ਜਿਹੜੇ ਉਹਨਾਂ ਨੇ ਸਦਨ ਤੋਂ ਵਾਕਆਊਟ ਕਰ ਲਿਆ। ਉਸ ਤੋਂ ਬਾਅਦ ਸੰਸਦ ਦੇ ਜਿਹੜੇ ਕੇ ਮਨੋਹਰਨ ਉੱਠੇ ਤੇ ਉਹਨਾਂ ਨੇ ਸਪੀਕਰ ਤੋਂ ਅਨੁਰੋਧ ਕੀਤਾ ਕਿ ਉਹ ਇਸ ਮੁੱਦੇ ਦੇ ਉੱਤੇ ਵਾਰੀ-ਵਾਰੀ ਸਾਰੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਦੇਣ। ਇਸ ਤੋਂ ਬਾਅਦ ਸੰਸਦ ਮਨੋਹਰ ਨੇ ਕੱਚਾ ਥੀਵੂ ਦੀਪ ਸ਼੍ਰੀਲੰਕਾ ਨੂੰ ਦਿੱਤੇ ਜਾਣ ਦੇ ਇੰਦਰਾ ਗਾਂਧੀ ਫੈਸਲੇ ਨੂੰ ਜਿਹੜਾ ਇੰਦਰਾ ਸਰਕਾਰ ਦੇ ਫੈਸਲੇ ਨੂੰ ਦੇਸ਼ ਵਿਰੋਧੀ ਜਿਹੜਾ ਉਹ ਦੱਸਿਆ। ਸੋ ਜੀ, ਦੇਸ਼ ਦੀ ਪਿੱਠ ਪਿੱਛੇ ਕੱਚਾ ਥੀਵੂ ਸ਼੍ਰੀਲੰਕਾ ਨੂੰ ਦਿੱਤਾ। ਕੇ ਮਨੋਹਰਨ ਨੇ ਆਪਣੀ ਗੱਲ ਰੱਖੀ ਕਿ ਬਾਂਕਾ ਦੇ ਸੰਸਦ ਤੇ ਸਮਾਜਵਾਦੀ ਨੇਤਾ ਮਧੂ ਲਿਮੇ ਸਪੀਕਰ ਨੂੰ ਕਹਿੰਦੇ ਆ ਮੈਂ ਤੁਹਾਨੂੰ ਲਿਖ ਕੇ ਦਿੱਤਾ ਆ, ਮੈਨੂੰ ਵੀ ਬੋਲਣ ਦਾ ਮੌਕਾ ਮਿਲੇ। ਸੋ ਜਦੋਂ ਅਟਲ ਜੀ ਆਏ ਉਹਨਾਂ ਨੇ ਕਿਹਾ ਕਿ ਕਿਆ ਸਰਕਾਰ ਬਿਨਾਂ ਸੰਵਿਧਾਨ ਦੇ ਵਿੱਚ ਸੰਸ਼ੋਧਨ ਕੀਤੇ ਭਾਰਤ ਦਾ ਕੋਈ ਭਾਗ ਕਿਸੇ ਦੂਸਰੇ ਦੇਸ਼ ਨੂੰ ਸੌਂਪ ਸਕਦੀ ਆ। ਅਸੀਂ ਜਿਸ ਸੰਵਿਧਾਨ ਦੀ ਸ਼ਪਥ ਲਈ ਆ ਉਹ ਸੰਵਿਧਾਨ ਸਾਡੀਆਂ ਸੀਮਾਵਾਂ ਦੀ ਤੇ ਸਾਡੀ ਭੂਗੋਲਿਕ ਅਖੰਡਤਾ ਨੂੰ ਪਰਿਭਾਸ਼ਿਤ ਕਰਦਾ ਆ। ਕੱਚਾ ਥੀਵੂ ਤਮਿਲਨਾਡੂ ਦਾ ਇੱਕ ਐਸਾ ਹਿੱਸਾ ਆ ਜੋ ਭਾਰਤ ਦਾ ਭਾਗ ਆ ਤੇ ਸੰਵਿਧਾਨ ਦੇ ਵਿੱਚ ਬਿਨਾਂ ਸੰਸ਼ੋਧਨ ਕੀਤੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਅਟਲ ਨੇ ਬਾਅਦ ਚ ਕੱਚਾ ਥੀਵੂ ਦੇ ਉੱਤੇ ਤਮਿਲਨਾਡੂ ਦੇ ਰਾਮਾਨਾਥਪੁਰਮ ਤੋਂ ਸਾਂਸਦ ਪੀਕੇਐਮ ਥੇਵਰ ਨੇ ਜਿਹੜੀ ਗੱਲ ਰੱਖੀ। ਉਹਨਾਂ ਨੇ ਕੱਚਾ ਥੀਵੂ ਨੂੰ ਆਪਣੇ ਲੋਕ ਸਭਾ ਖੇਤਰ ਦਾ ਹਿੱਸਾ ਦੱਸਿਆ। ਉਹਨਾਂ ਨੇ ਕਿਹਾ ਕਿ ਸਰਕਾਰ ਤਾਨਾਸ਼ਾਹ ਦੀ ਤਰ੍ਹਾਂ ਕੰਮ ਕਰ ਰਹੀ ਆ, ਹਜ਼ਾਰਾਂ ਮਛੁਆਰਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਆ। ਸ਼੍ਰੀਲੰਕਾ ਦੀ ਸਰਕਾਰ ਨੇ ਆਪਣੀ ਸੈਨਾ ਨੂੰ ਕੱਚਾ ਥੀਵੂ ਦੀ ਤਰਫ ਭੇਜਤਾ ਆ ਤੇ ਸਾਡੇ ਮਛੁਆਰਿਆਂ ਦੀਆਂ ਕਸ਼ਤੀਆਂ ਜਿਹੜੀਆਂ ਉਹ ਰੋਕੀਆਂ ਜਾ ਰਹੀਆਂ। ਸੋ ਅਗਰ ਪੁਰਤਗਾਲੀ ਕਹਿ ਦੇ ਕਿ ਮੁੰਬਈ ਸਾਡਾ ਆ ਤੇ ਅਸੀਂ ਉਹਨਾਂ ਨੂੰ ਵੀ ਦੇ ਦੇਵਾਂਗੇ। ਆਖਿਰਕਾਰ ਮਧੂ ਲਿਮੇ ਨੂੰ ਬੋਲਣ ਦਾ ਮੌਕਾ ਮਿਲਿਆ। ਉਹਨਾਂ ਨੇ ਕੱਚਾ ਥੀਵੂ ਦੇ ਉੱਤੇ ਜਿਹੜਾ ਉਹ ਸ਼ਵੇਤ ਪੱਤਰ ਲਿਆਉਣ ਦੀ ਮੰਗ ਕੀਤੀ। ਮਧੂ ਲਿਮੇ ਨੇ ਕਿਹਾ 5 ਸਾਲ ਪਹਿਲਾਂ ਪੂਰਵ ਵਿਦੇਸ਼ ਮੰਤਰੀ ਦਿਨੇਸ਼ ਸਿੰਘ ਨੇ ਮੇਰੇ ਇੱਕ ਪ੍ਰਸ਼ਨ ਦੇ ਉੱਪਰ ਇਸੇ ਸਦਨ ਦੇ ਵਿੱਚ ਕਿਹਾ ਸੀ ਕਿ ਜਿੱਥੇ ਤੱਕ ਕੱਚਾ ਥੀਵੂ ਨੂੰ ਆਪਣੇ ਮੰਨਣ ਦਾ ਸਵਾਲ ਹੈ ਤੇ ਬਿਲਕੁਲ ਸਪਸ਼ਟ ਆ ਕਿ ਅਸੀਂ ਉਹਨੂੰ ਜਿਹੜਾ ਆਪਣਾ ਮੰਨਦੇ ਆ ਤੇ ਹੁਣ ਤੁਸੀਂ ਆਪਣੀ ਧਰਤੀ ਜੇ ਤੁਸੀਂ ਉਹਨੂੰ ਆਪਣੀ ਧਰਤੀ ਮੰਨਦੇ ਆ ਤੇ ਭਾਰਤ ਦੀ ਉਸ ਜ਼ਮੀਨ ਨੂੰ ਸ਼੍ਰੀਲੰਕਾ ਨੂੰ ਕਿਵੇਂ ਦੇ ਸਕਦੇ ਆ। ਉਹਨਾਂ ਨੇ ਅੱਗੇ ਕਿਹਾ ਕਿ ਕੀ ਸਰਕਾਰ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਇੱਕ ਵੀ ਕਰਾਰ ਐਸਾ ਜਿਹੜਾ ਦੱਸ ਸਕਦੀ ਆ ਜਿਹਦੇ 'ਚ ਪੜੋਸੀਆਂ ਨੇ 1 ਇੰਚ ਭੂਮੀ ਵੀ ਸਾਨੂੰ ਦਿੱਤੀ ਹੋਵੇ। ਹਰ ਕਰਾਰ ਦੇ ਵਿੱਚ ਸਾਡੀ ਜ਼ਮੀਨ ਹੌਲੀ ਹੌਲੀ ਵਿਦੇਸ਼ੀ ਹੱਥਾਂ ਦੇ ਵਿੱਚ ਜਾ ਰਹੀ ਆ। ਕੱਲ ਨੂੰ ਪੁਰਤਗਾਲੀ ਲੋਕ ਕਹਿਣਗੇ ਕਿ ਬੰਬਈ ਦਾ ਵੱਡਾ ਹਿੱਸਾ ਸਾਡਾ ਆ ਤੇ ਕੀ ਤੁਸੀਂ ਉਹ ਵੀ ਉਹਨਾਂ ਨੂੰ ਦੇ ਦੋਗੇ। ਸੋ
ਕੀ ਇੰਦਰਾ ਨੇ ਸੰਵਿਧਾਨ ਦਾ ਉਲੰਘਣ ਕਰਕੇ ਕੱਚਾ ਥੀਵੂ ਸ਼੍ਰੀਲੰਕਾ ਨੂੰ ਦੇ ਦਿੱਤਾ? ਇਸ ਨੂੰ ਲੈ ਕੇ ਜਿਹੜੇ ਦੋ ਤਰ੍ਹਾਂ ਦੇ ਤਰਕ ਪੇਸ਼ ਕੀਤੇ ਜਾਂਦੇ ਆ। ਇੰਦਰਾ ਸਰਕਾਰ ਦਾ ਤਰਕ, ਇੰਦਰਾ ਸਰਕਾਰ ਦੇ ਮੁਤਾਬਿਕ 1974 ਦੇ ਸਮਝੌਤੇ ਤੋਂ ਪਹਿਲਾਂ ਭਾਰਤ ਤੇ ਸ਼੍ਰੀਲੰਕਾ ਦੀ ਸਮੁੰਦਰੀ ਸੀਮਾ ਤੈਅ ਨਹੀਂ ਸੀ। ਇਹਦੇ ਲਈ ਇਹ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਭਾਰਤ ਨੇ ਆਪਣੀ ਜ਼ਮੀਨ ਕਿਸੇ ਨੂੰ ਦਿੱਤੀ ਆ। ਜਦੋਂ ਭਾਰਤ ਨੇ ਆਪਣੀ ਜ਼ਮੀਨ ਨਹੀਂ ਛੱਡੀ ਤਾਂ ਇਹਦੇ ਲਈ ਕਿਸੇ ਸੰਵਿਧਾਨਿਕ ਸੰਸ਼ੋਧਨ ਦੀ ਜ਼ਰੂਰਤ ਨਹੀਂ ਹੋਏਗੀ। ਜੈਲਲਿਤਾ ਤੇ ਕਰੁਣਾਨਿਧੀ ਨੇ ਜਦੋਂ ਕੱਚਾ ਥੀਵੂ ਨੂੰ ਫਿਰ ਤੋਂ ਭਾਰਤ ਦੇ ਵਿੱਚ ਮਿਲਾਉਣ ਦੀ ਮੰਗ ਕਰ ਸੁਪਰੀਮ ਕੋਰਟ ਦੇ ਵਿੱਚ ਯਾਚਕਾ ਦਾਖਲ ਕੀਤੀ ਤਾਂ ਸਰਕਾਰ ਨੇ ਆਪਣੇ ਪੱਖ ਵਿੱਚ ਇਹੀ ਗੱਲ ਕਹੀ। 27 ਜਨਵਰੀ 2015 ਦੇ ਵਿੱਚ ਇੱਕ ਆਰਟੀਏ ਦੇ ਵਿੱਚ ਜਵਾਬ ਦੇ ਵਿੱਚ ਕੱਚਾ ਥੀਵੂ ਦੇ ਉੱਤੇ ਮੋਦੀ ਸਰਕਾਰ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਭਾਰਤ ਸ਼੍ਰੀਲੰਕਾ ਦੇ ਵਿੱਚ ਹੋਏ ਸਮਝੌਤੇ ਵਿੱਚ ਕਿਸੇ ਤਰ੍ਹਾਂ ਦੀ ਜ਼ਮੀਨ ਭਾਰਤ ਦੇ ਹਿੱਸੇ ਆਈ ਜਾਂ ਗਈ ਨਹੀਂ ਆ, ਕਿਉਂਕਿ ਇਸ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੀ ਵਿੱਚ ਕੋਈ ਸੀਮਾ ਨਹੀਂ ਸੀਗੀ। ਵਿਪਕਸ਼ ਦਾ ਤਰਕ ਆ ਜਿਹੜਾ ਸੰਸਦ ਦੇ ਵਿੱਚ ਬਹਿਸ ਦੇ ਦੌਰਾਨ ਕਾਲਾਹਾਂਡੀ ਦੇ ਸਾਂਸਦ ਪੀਕੇ ਦਿਓ ਭਾਰਤ ਸ਼੍ਰੀਲੰਕਾ ਦੇ ਸਮਝੌਤੇ ਦੀ ਸੰਵਿਧਾਨ ਦੇ ਆਰਟੀਕਲ 1 ਦਾ ਉਲੰਘਣ ਦੱਸਦੇ ਆ ਤੇ ਉਹ ਕਹਿੰਦੇ ਆ ਕਿ ਆਰਟੀਕਲ 1 ਦੇ ਤਹਿਤ ਭਾਰਤ ਸਾਰੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਉਹਨਾਂ ਇਲਾਕਿਆਂ ਤੋਂ ਮਿਲ ਕੇ ਬਣਿਆ ਆ ਜੋ ਇਹਦੇ 'ਚ ਜੋੜੇ ਗਏ, ਯਾਨੀ ਸੰਵਿਧਾਨ ਦੇ ਵਿੱਚ ਇੱਕ ਨਵੇਂ ਇਲਾਕੇ ਨੂੰ ਜੋੜੇ ਜਾਣਾ ਹੀ ਮਨਜ਼ੂਰ ਆ, ਲੇਕਿਨ ਇਹਦੇ ਵਿੱਚ ਇਲਾਕਿਆਂ ਨੂੰ ਤਿਆਗਣਾ ਮਨਜ਼ੂਰ ਨਹੀਂ ਆ। ਸੋ ਕੀ ਕੱਚਾ ਥੀਵੂ ਨੂੰ ਫਿਰ ਭਾਰਤ ਦੇ ਵਿੱਚ ਮਿਲਾਇਆ ਜਾ ਸਕਦਾ ਹੈ? ਵਿਦੇਸ਼ੀ ਮਾਮਲਿਆਂ ਦੇ ਵਿੱਚ ਜਾਣਕਾਰ ਇੱਕ ਜਿਹੜੇ ਕਈ ਲੋਕ ਹੁੰਦੇ ਆ ਤੇ ਐਨ ਸਾਥੀਆ ਮੂਰਤੀ ਆਪਣੇ ਇੱਕ ਆਰਟੀਕਲ ਦੇ ਵਿੱਚ ਲਿਖਦੇ ਆ ਕਿ ਕੱਚਾ ਥੀਵੂ ਦਵੀਪ ਭਾਰਤ ਨੂੰ ਲੈ ਕੇ ਭਾਰਤ ਤੇ ਸ਼੍ਰੀਲੰਕਾ ਦੇ ਵਿੱਚ ਦਾ ਸਮਝੌਤਾ ਵਿਵਾਦਿਤ ਆ। ਕੱਚਾ ਥੀਵੂ ਨੂੰ ਵਾਪਸ ਲੈਣ ਦੇ ਦੋ ਹੀ ਰਸਤੇ ਆ। ਭਾਰਤ ਸੈਨਿਕ ਅਭਿਆਨ ਦੇ ਜ਼ਰੀਏ ਦਵੀਪ ਦੇ ਉੱਤੇ ਕਬਜ਼ਾ ਕਰ ਲਏ, ਕਾਨੂੰਨੀ ਜਾਂ ਫਿਰ ਕਿਸੇ ਨਵੇਂ ਸਮਝੌਤੇ ਦੇ ਜ਼ਰੀਏ ਕੱਚਾ ਥੀਵੂ ਜਿਹੜਾ ਭਾਰਤ ਦਾ ਹਿੱਸਾ ਹੋ ਜਾਏ। ਸੋ ਚੈੱਕ ਕਰਿਓ, ਬਹੁਤ ਵੱਡੀ ਕਹਾਣੀ ਆ, ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ।